ਹੈਲੋ ਫਰੈਂਡਸ, ਹਾਊ ਆਰ ਯੂ। ਮੈਂ ਕੁਲਦੀਪ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਰਿਵਾਈਵ ਨੋਬਿਲਿਟੀ ਵਿੱਚ ਤੁਹਾਡਾ ਬਹੁਤ-ਬਹੁਤ ਵੈਲਕਮ ਕਰਦਾ। ਅੱਜ ਅਸੀਂ ਕਲਾਸ 11 ਕੈਮਿਸਟਰੀ ਯੂਨਿਟ ਫਸਟ ਸਮ ਬੇਸਿਕ ਕੰਸੈਪਟ ਆਫ ਕੈਮਿਸਟਰੀ ਦਾ ਟੌਪਿਕ ਕੈਮੀਕਲ ਕਲਾਸੀਫਿਕੇਸ਼ਨ ਆਫ ਮੈਟਰ ਪੜ੍ਹਾਂਗੇ। ਜਿਵੇਂ ਕਿ ਤੁਸੀਂ ਮੇਰੀ ਪਹਿਲੀ ਵੀਡੀਓ ਦੇ ਵਿੱਚ ਕੈਮਿਸਟਰੀ ਦੀ ਡੈਫੀਨੇਸ਼ਨ, ਮੈਟਰ ਅਤੇ ਮੈਟਰ ਦੀਆਂ ਜਿਹੜੀਆਂ ਫਿਜ਼ੀਕਲ ਕਲਾਸੀਫਿਕੇਸ਼ਨ ਸੀ ਉਹਦੇ ਬਾਰੇ ਆਪਾਂ ਨੇ ਪੜ੍ਹਿਆ ਸੀ। ਸੋ ਅੱਜ ਅਸੀਂ ਸੈਕੰਡ ਜਿਹੜੀ ਮੈਟਰ ਦੀ ਕਲਾਸੀਫਿਕੇਸ਼ਨ ਹੈ, ਕੈਮੀਕਲ ਕਲਾਸੀਫਿਕੇਸ਼ਨ ਆਫ ਮੈਟਰ, ਉਸ ਬਾਰੇ ਪੜ੍ਹਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕੈਮੀਕਲ ਕਲਾਸੀਫਿਕੇਸ਼ਨ ਦੇ ਵਿੱਚ ਕੀ ਹੁੰਦਾ। The chemical classification of matter is based upon its composition। ਦੇਖੋ ਜੀ, ਕੈਮੀਕਲ ਕਲਾਸੀਫਿਕੇਸ਼ਨ ਜਿਹੜੀ ਮੈਟਰ ਦੀ ਹੈ ਉਹ ਇਸ ਗੱਲ ਉੱਤੇ ਬੇਸਡ ਹੈ ਕਿ ਮੈਟਰ ਦੀ ਕੰਪੋਜੀਸ਼ਨ ਕੀ ਹੈ, ਮੈਟਰ ਕਿਸ ਤੋਂ ਮਿਲ ਕੇ ਬਣਦਾ। ਡਿਫਰੈਂਟ ਸਬਸਟੈਂਸਿਸ differ from each other in their constituent composition। ਅਲੱਗ-ਅਲੱਗ ਸਬਸਟੈਂਸਿਸ ਆਪਣੀ ਕੰਪੋਜੀਸ਼ਨ ਜਾਂ ਅਸੀਂ ਇਹ ਕਹਿ ਲਈਏ ਕਿ ਕਿਸ ਕੌਂਸਟੀਚੁਐਂਟ ਪਾਰਟੀਕਲ ਤੋਂ ਬਣੇ ਨੇ ਉਹਦੇ ਅਕੋਰਡਿੰਗਲੀ ਵੱਖੋ ਵੱਖਰੇ ਹੁੰਦੇ ਨੇ। ਤਾਂ ਔਨ ਦਾ ਬੇਸਿਸ ਆਫ ਕੈਮੀਕਲ ਕੰਪੋਜੀਸ਼ਨ ਮੈਟਰ ਕੈਨ ਬੀ ਕਲਾਸੀਫਾਈਡ ਐਜ਼, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਕੈਮੀਕਲ ਕੰਪੋਜੀਸ਼ਨ ਦੇ ਅਕੋਰਡਿੰਗਲੀ ਮੈਟਰ ਨੂੰ ਅਸੀਂ ਦੋ ਟਾਈਪਸ ਦੇ ਵਿੱਚ ਵੰਡਿਆ ਹੋਇਆ ਹੈ। ਸਭ ਤੋਂ ਪਹਿਲਾ ਹੈ ਪਿਓਰ ਸਬਸਟੈਂਸਿਸ ਅਤੇ ਸੈਕੰਡ ਵਨ ਹੈ ਸਾਡਾ ਮਿਕਸਚਰਸ। ਪਿਓਰ ਸਬਸਟੈਂਸਿਸ ਕੰਸਿਸਟ ਆਫ ਸਿੰਗਲ ਟਾਈਪ ਆਫ ਪਾਰਟੀਕਲਸ। ਡੈਫੀਨੇਸ਼ਨ ਤੋਂ ਹੀ ਕਲੀਅਰ ਹੈ ਕਿ ਜਿਹੜੇ ਪਿਓਰ ਸਬਸਟੈਂਸ ਹੁੰਦੇ ਨੇ ਉਹ ਸਿਰਫ ਇੱਕ ਹੀ ਤਰ੍ਹਾਂ ਦੇ ਪਾਰਟੀਕਲਸ ਤੋਂ ਮਿਲ ਕੇ ਬਣਦੇ ਨੇ। All the constituent particles of a pure substance are same in their chemical nature। ਜਿੰਨੇ ਵੀ ਪਿਓਰ ਸਬਸਟੈਂਸ ਹੋਣਗੇ ਉਹ ਸਾਰਿਆਂ ਦੇ ਜਿਹੜੇ ਕੌਂਸਟੀਚੁਐਂਟ ਪਾਰਟੀਕਲਸ ਹੋਣਗੇ ਉਹਨਾਂ ਦਾ ਜਿਹੜਾ ਕੈਮੀਕਲ ਨੇਚਰ ਹੈ ਉਹ ਇੱਕ ਤਰ੍ਹਾਂ ਦਾ ਹੋਵੇਗਾ। ਮਤਲਬ ਕਿ ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਇੱਕ ਤਰ੍ਹਾਂ ਦੀਆਂ ਹੀ ਹੋਣਗੀਆਂ। ਫੋਰ ਐਗਜ਼ਾਮਪਲ, ਕਾਪਰ, ਸਿਲਵਰ ਹੈ, ਗੋਲਡ ਹੈ, ਵਾਟਰ ਹੈ, ਗਲੂਕੋਜ਼ ਹੈ, ਸੋਡੀਅਮ ਕਲੋਰਾਈਡ ਹੈ, ਜਾਂ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਹੜੀਆਂ ਅਸੀਂ ਪਿਓਰ ਸਬਸਟੈਂਸਿਸ ਦੇ ਵਿੱਚ ਕਹਿ ਸਕਦੇ ਹਾਂ। ਇਹ ਜਿਹੜੇ ਅਸੀਂ ਐਗਜ਼ਾਮਪਲਸ ਰਹੀਆਂ ਨੇ, ਚਾਹੇ ਉਹ ਗੋਲਡ ਹੈ, ਚਾਹੇ ਉਹ ਵਾਟਰ ਹੈ, ਚਾਹੇ ਉਹ ਸੋਡੀਅਮ ਕਲੋਰਾਈਡ ਹੈ, ਇਹ ਸਾਰੇ ਪਿਓਰ ਸਬਸਟੈਂਸਿਸ ਇਸ ਕਰਕੇ ਨੇ ਕਿਉਂਕਿ ਇਹਨਾਂ ਨੂੰ ਜਿਹੜੇ ਬਣਾਉਣ ਵਾਲੇ ਪਾਰਟੀਕਲਸ ਨੇ, ਜਿਹਨੂੰ ਅਸੀਂ ਕੌਂਸਟੀਚੁਐਂਟ ਪਾਰਟੀਕਲਸ ਕਹਿੰਦੇ ਹਾਂ, ਉਹ ਇੱਕ ਹੀ ਟਾਈਪ ਦੇ ਨੇ। ਸੋ ਅਸੀਂ ਕਹਿ ਸਕਦੇ ਹਾਂ ਪਿਓਰ ਸਬਸਟੈਂਸਿਸ ਕੈਨ ਬੀ ਫਰਦਰ ਕਲਾਸੀਫਾਈਡ ਇਨਟੂ ਐਲੀਮੈਂਟਸ ਐਂਡ ਕੰਪਾਊਂਡਸ। ਸੋ ਅਸੀਂ ਵਾਰੀ-ਵਾਰੀ ਅੱਜ ਇਹ ਦੋਨਾਂ ਨੂੰ ਦੇਖਾਂਗੇ ਕਿ ਐਲੀਮੈਂਟਸ ਕੀ ਹੁੰਦੇ ਨੇ ਅਤੇ ਕੰਪਾਊਂਡਸ ਕੀ ਹੁੰਦੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਕਿ ਐਲੀਮੈਂਟ ਕੀ ਹੁੰਦਾ। ਐਨ ਐਲੀਮੈਂਟ ਇਜ਼ ਦਾ ਸਿੰਪਲੈਸਟ ਫਾਰਮ ਆਫ ਪਿਓਰ ਸਬਸਟੈਂਸ। ਜਿਹੜਾ ਐਲੀਮੈਂਟ ਹੈ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਤੱਤ ਵੀ ਕਹਿੰਦੇ ਹਾਂ, ਉਹ ਪਿਓਰ ਸਬਸਟੈਂਸ ਦੀ ਸਭ ਤੋਂ ਸਿੰਪਲੈਸਟ ਫਾਰਮ ਹੈ, ਜਾਂ ਕਹਿ ਲਓ ਵੀ ਸਭ ਤੋਂ ਸਿੰਪਲੈਸਟ ਟਾਈਪ ਹੈ। ਇਟ ਇਜ਼ ਦਾ ਸਿੰਪਲੈਸਟ ਫਾਰਮ ਆਫ ਆ ਪਿਓਰ ਸਬਸਟੈਂਸ। ਐਲੀਮੈਂਟ ਪਿਓਰ ਸਬਸਟੈਂਸ ਦੀ ਸਿੰਪਲੈਸਟ ਫਾਰਮ ਹੈ ਵਿਚ ਕੈਨ ਨਾਈਦਰ ਬੀ ਡੀਕੰਪੋਜ਼ਡ, ਜਿਸ ਨੂੰ ਅਸੀਂ ਨਾ ਤਾਂ ਤੋੜ ਸਕਦੇ ਹਾਂ, ਨੌਰ ਬਿਲਟ, ਨਾ ਬਣਾ ਸਕਦੇ ਹਾਂ, ਫਰੋਮ ਸਿੰਪਲਰ ਸਬਸਟੈਂਸਿਸ। ਕਿਸ ਚੀਜ਼ ਤੋਂ? ਸਿੰਪਲ, ਜਾਣੀ ਅਸੀਂ ਆਮ ਜਿਹੇ ਸਬਸਟੈਂਸਿਸ ਤੋਂ ਐਲੀਮੈਂਟਸ ਨੂੰ ਨਹੀਂ ਬਣਾ ਸਕਦੇ। ਕਿਵੇਂ? ਬਾਏ ਆਰਡੀਨਰੀ ਫਿਜ਼ੀਕਲ ਔਰ ਕੈਮੀਕਲ ਮੈਥਡਸ। ਆਮ ਫਿਜ਼ੀਕਲ ਜਾਂ ਕੈਮੀਕਲ ਮੈਥਡਸ ਦੇ ਨਾਲ ਅਸੀਂ ਸਿੰਪਲ ਸਬਸਟੈਂਸਿਸ ਤੋਂ ਐਲੀਮੈਂਟ ਨੂੰ ਨਹੀਂ ਬਣਾ ਸਕਦੇ। So the common examples of elements are hydrogen, oxygen, nitrogen, sulfur, iron, ਜਾਂ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਨੇ
देयर आर अबाउट 118 एलीमेंट्स नोन एट प्रैजेंट। ਹੁਣ तक ਜਿਹੜਾ ਸਾਡਾ ਪੀਰੀਓਡਿਕ ਟੇਬਲ ਹੈ ਉਹ 118 ਐਲੀਮੈਂਟਸ ਤੋਂ ਬਣਿਆ ਹੋਇਆ ਹੈ। ਮਤਲਬ ਕਿ ਹੁਣ ਤੱਕ 118 ਜਿਹੜੇ ਐਲੀਮੈਂਟਸ ਨੇ ਉਹ ਲੱਭੇ ਜਾ ਚੁੱਕੇ ਨੇ। ਜਾਂ ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਐਲੀਮੈਂਟ ਜਿਹੜਾ ਹੈ ਉਹ ਐਟਮ ਤੋਂ ਬਣਦਾ ਹੈ। ਜਦੋਂ ਵੀ ਐਲੀਮੈਂਟ ਬਣੇਗਾ, ਚਾਹੇ ਉਹ ਨਾਈਟ੍ਰੋਜਨ ਦਾ ਹੈ, ਚਾਹੇ ਉਹ ਆਕਸੀਜਨ ਹੈ, ਚਾਹੇ ਉਹ ਮਰਕਰੀ ਹੈ, ਚਾਹੇ ਗੋਲਡ ਹੈ, ਇਹਦਾ ਮਤਲਬ ਇਹ ਹੋਇਆ ਕਿ ਉਸ ਐਲੀਮੈਂਟ ਦੇ ਵਿੱਚ ਜਿਹੜੇ ਐਟਮਸ ਹੋਣਗੇ ਉਹ ਇੱਕ ਹੀ ਤਰ੍ਹਾਂ ਦੇ ਹੋਣਗੇ। ਹਾਂਜੀ, ਸੈਕੰਡ ਨੰਬਰ 'ਤੇ ਸਾਡੇ ਕੋਲ ਆਉਂਦਾ ਹੈ ਜਿਹੜਾ ਪਿਓਰ ਸਬਸਟੈਂਸ ਦੀ ਸੈਕੰਡ ਟਾਈਪ ਹੈ ਉਹ ਹੈ ਕੰਪਾਊਂਡ। ਕੰਪਾਊਂਡ ਵੀ ਪਿਓਰ ਸਬਸਟੈਂਸ ਹੀ ਹੁੰਦਾ ਹੈ, ਬਸ ਫਰਕ ਇਹ ਹੈ ਕਿ ਐਲੀਮੈਂਟ ਜਿਹੜਾ ਹੈ ਉਹ ਐਟਮਸ ਤੋਂ ਮਿਲ ਕੇ ਬਣਦਾ ਹੈ। ਐਟਮਸ ਵੀ ਉਹ ਜਿਹੜੇ ਇੱਕੋ ਹੀ ਟਾਈਪ ਦੇ ਹੋਣ। ਅਤੇ ਸੇਮ ਉਸੇ ਤਰ੍ਹਾਂ ਕੰਪਾਊਂਡਸ ਆਰ ਪਿਓਰ ਸਬਸਟੈਂਸਿਸ ਕੰਟੇਨਿੰਗ ਮੋਰ ਦੈਨ ਵਨ ਕਾਈਂਡ ਆਫ ਐਲੀਮੈਂਟ। ਜਿਹੜਾ ਕੰਪਾਊਂਡ ਹੈ ਉਹ ਵੀ ਪਿਓਰ ਸਬਸਟੈਂਸ ਹੀ ਹੁੰਦਾ ਅਤੇ ਉਹਦੇ ਵਿੱਚ ਇੱਕ ਤੋਂ ਜ਼ਿਆਦਾ ਕਿਸਮ ਦੇ ਜਿਹੜੇ ਐਲੀਮੈਂਟ ਨੇ ਉਹ ਹੁੰਦੇ ਨੇ। ਮਤਲਬ ਕਿ ਕੰਪਾਊਂਡ ਪਿਓਰ ਸਬਸਟੈਂਸ ਹੈ ਅਤੇ ਇੱਕ ਤੋਂ ਜ਼ਿਆਦਾ ਕਿਸਮ ਦੇ ਐਲੀਮੈਂਟਸ ਨੂੰ ਜੋੜ ਕੇ ਕੰਪਾਊਂਡ ਬਣਦਾ ਹੈ। ਅਤੇ ਇਹਦੀ ਡੈਫੀਨੇਸ਼ਨ ਕੀ ਹੈ? ਇਟ ਇਜ਼ ਅ ਪਿਓਰ ਸਬਸਟੈਂਸ ਕੰਟੇਨਿੰਗ 2 or more than 2 ਐਲੀਮੈਂਟਸ। ਕਿ ਕੰਪਾਊਂਡ ਵੀ ਇੱਕ ਪਿਓਰ ਸਬਸਟੈਂਸ ਹੈ ਕੰਟੇਨਿੰਗ ਜੋ ਬਣਦਾ ਹੈ 2 or more than 2 ਐਲੀਮੈਂਟਸ, 2 ਜਾਂ 2 ਤੋਂ ਜ਼ਿਆਦਾ ਐਲੀਮੈਂਟਸ ਨੂੰ ਮਿਲਾ ਕੇ ਕੰਬਾਈਨਡ ਟੂਗੈਦਰ ਇਕੱਠੇ ਕਰਕੇ ਇਨ ਅ ਡੈਫੀਨਿਟ ਪ੍ਰਪੋਰਸ਼ਨ ਬਾਏ ਮਾਸ। ਇਹਦੇ ਵਿੱਚ ਇੱਕ ਥੋੜ੍ਹਾ ਜਿਹਾ ਐਲੀਮੈਂਟਸ ਨਾਲੋਂ ਇੱਕ ਚੇਂਜ ਆ ਗਈ ਕਿ ਜਿਹੜਾ ਕੰਪਾਊਂਡ ਹੈ ਉਹ 2 ਜਾਂ 2 ਤੋਂ ਵੱਧ ਐਲੀਮੈਂਟਸ ਨੂੰ ਮਿਲਾ ਕੇ ਬਣੇਗਾ, ਪਰ ਇਨ ਆ ਡੈਫੀਨਿਟ ਪ੍ਰਪੋਰਸ਼ਨ ਬਾਏ ਮਾਸ। ਇੱਕ ਨਿਸ਼ਚਿਤ ਜਾਂ ਇੱਕ ਫਿਕਸਡ ਪ੍ਰਪੋਰਸ਼ਨ ਹੋਏਗਾ ਜਦੋਂ ਐਲੀਮੈਂਟਸ ਆਪਸ ਦੇ ਵਿੱਚ ਜੁੜਨਗੇ। ਕਿਸ ਚੀਜ਼ ਦਾ? ਉਹਨਾਂ ਦੇ ਮਾਸ ਦਾ। ਐਂਡ ਵਿਚ ਕੈਨ ਬੀ ਡੀਕੰਪੋਜ਼ਡ। ਕੰਪਾਊਂਡ ਨੂੰ ਅਸੀਂ ਡੀਕੰਪੋਜ਼ ਕਰ ਸਕਦੇ ਹਾਂ, ਮਤਲਬ ਤੋੜ ਸਕਦੇ ਹਾਂ ਇਨਟੂ ਇਟਸ ਕੰਸਟੀਚੁਐਂਟ ਐਲੀਮੈਂਟਸ। ਜਿਸ ਐਲੀਮੈਂਟਸ ਤੋਂ ਮਿਲ ਕੇ ਬਣਦਾ ਹੈ ਅਸੀਂ ਕੰਪਾਊਂਡ ਨੂੰ ਉਹਨਾਂ ਐਲੀਮੈਂਟਸ ਦੇ ਵਿੱਚ ਤੋੜ ਸਕਦੇ ਹਾਂ ਬਾਏ ਸੂਟੇਬਲ ਕੈਮੀਕਲ ਮੈਥਡਸ। ਸੂਟੇਬਲ ਕੈਮੀਕਲ ਮੈਥਡਸ ਦੀ ਹੈਲਪ ਦੇ ਨਾਲ ਅਸੀਂ ਕੰਪਾਊਂਡਸ ਦੇ ਜਿਹੜੇ ਐਲੀਮੈਂਟਸ ਨੇ ਉਹਨਾਂ ਨੂੰ ਅਲੱਗ-ਅਲੱਗ ਕਰ ਸਕਦੇ ਹਾਂ। ਅ ਕੰਪਾਊਂਡ always contains the same elements in definite or fixed proportion by weight। मतलब कि कंपाउंड हमेशा ही सेम एलिमेंट्स तो बनेगा in definite और fixed proportion by weight। एक निश्चित या एक fixed proportion एलिमेंट्स दे weight ਦਾ। For example, water always contains hydrogen and oxygen। ਸਭ ਨੂੰ ਪਤਾ ਹੈ ਕਿਹੜਾ ਵਾਟਰ ਹੈ ਉਹ 2 ਐਲੀਮੈਂਟਸ ਮੀਨਸ ਹਾਈਡਰੋਜਨ ਅਤੇ ਆਕਸੀਜਨ ਤੋਂ ਬਣਦਾ ਹੈ ਅਤੇ ਉਹਨਾਂ ਹਾਈਡਰੋਜਨ ਅਤੇ ਆਕਸੀਜਨ ਦੀ ਆਪਸ ਦੇ ਵਿੱਚ ਜਿਹੜੀ ਇੱਕ ਰੇਸ਼ੋ ਹੈ ਮਾਸ ਦੀ ਉਹ 1:8 ਹੈ। ਇੱਥੇ ਇਹਦਾ ਕਹਿਣ ਦਾ ਮਤਲਬ ਇਹ ਹੈ ਕਿ 1 ਗ੍ਰਾਮ ਦੀ ਜਿਹੜਾ ਹਾਈਡਰੋਜਨ ਹੈ ਉਹ ਜਦੋਂ 8 ਗ੍ਰਾਮ ਦੀ ਆਕਸੀਜਨ ਨਾਲ ਜੁੜੇਗਾ ਤਾਂ ਸਾਡੇ ਕੋਲ ਵਾਟਰ ਬਣੇਗਾ। ਸੋ ਮਤਲਬ ਕੰਪਾਊਂਡ ਜਿਹੜਾ ਹੈ ਉਹ ਹਮੇਸ਼ਾ ਹੀ ਜਦੋਂ ਐਲੀਮੈਂਟਸ ਜੁੜਨਗੇ ਤਾਂ ਉਹਨਾਂ ਦੇ ਮਾਸ ਦੀ ਆਪਸ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਫਿਕਸਡ ਰੇਸ਼ੋ ਹੋਊਗੀ, ਉਸ ਅਕੋਰਡਿੰਗਲੀ ਉਹ ਬਣੂਗਾ। ਹਾਂਜੀ, the properties of the compounds are totally different from the elements from which these are formed। ਕੰਪਾਊਂਡਸ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਬਿਲਕੁਲ ਹੀ ਅਲੱਗ ਹੋਣਗੀਆਂ ਫਰੋਮ ਦ ਐਲੀਮੈਂਟਸ, ਆਪਣੇ ਉਹਨਾਂ ਐਲੀਮੈਂਟਸ ਤੋਂ ਫਰੋਮ ਵਿਚ ਦੀਜ਼ ਆਰ ਫੋਰਮ। ਜਿਨ੍ਹਾਂ ਐਲੀਮੈਂਟਸ ਤੋਂ ਕੰਪਾਊਂਡ ਬਣਦਾ ਹੈ ਉਹਨਾਂ ਐਲੀਮੈਂਟਸ ਤੋਂ ਕੰਪਾਊਂਡਸ ਦੀਆਂ ਪ੍ਰੋਪਰਟੀਜ਼ ਬਿਲਕੁਲ ਵੱਖਰੀਆਂ ਹੋਣਗੀਆਂ। ਫੋਰ ਐਗਜ਼ਾਮਪਲ, ਵਾਟਰ ਹਾਈਡਰੋਜਨ ਅਤੇ ਆਕਸੀਜਨ ਤੋਂ ਬਣਦਾ ਹੈ। ਸੋ ਹਾਈਡਰੋਜਨ ਇਜ਼ ਆ ਕੰਬਸਟੀਬਲ ਬਟ ਆਕਸੀਜਨ ਇਜ਼ ਸਪੋਰਟਰ ऑफ कंबस्चन। ਜਿਹੜੀ ਹਾਈਡਰੋਜਨ ਹੈ ਉਹ ਕੰਬਸਟੀਬਲ ਹੈ, ਉਹ ਜਲਣਸ਼ੀਲ ਹੈ, ਬਟ ਆਕਸੀਜਨ ਇਜ਼ ਸਪੋਰਟਰ ਆਫ ਕੰਬਸਚਨ। ਜਿਹੜੀ ਆਕਸੀਜਨ ਹੈ
ਉਹ ਜਲਣ ਦੇ ਵਿੱਚ ਹੈਲਪ ਕਰਦੀ ਹੈ। ਬਟ ਵਾਟਰ ਜਿਹੜਾ ਕਿ ਹਾਈਡਰੋਜਨ ਅਤੇ ਆਕਸੀਜਨ ਤੋਂ ਮਿਲ ਕੇ ਬਣਦਾ ਇਜ਼ ਨਾਰਮਲੀ ਯੂਜ਼ਡ ਫਾਰ ਐਕਸਟਿੰਗੁਇਸ਼ਿੰਗ ਫਾਇਰ। ਪਰ ਜਿਹੜਾ ਪਾਣੀ ਹੈ ਉਹਨੂੰ ਅਸੀਂ ਅੱਗ ਬੁਝਾਉਣ ਵਾਸਤੇ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਸਾਡਾ ਵਾਟਰ ਹੈ, ਜਿਹੜਾ ਇੱਕ ਕੰਪਾਊਂਡ ਹੈ, ਜਿਹੜਾ ਦੋ ਐਲੀਮੈਂਟਸ ਹਾਈਡਰੋਜਨ ਅਤੇ ਆਕਸੀਜਨ ਤੋਂ ਮਿਲ ਕੇ ਬਣਦਾ ਹੈ, ਹਾਈਡਰੋਜਨ ਅਤੇ ਆਕਸੀਜਨ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਤੋਂ ਬਿਲਕੁਲ ਵੱਖਰਾ ਹੈ, ਕਿਉਂਕਿ ਹਾਈਡਰੋਜਨ ਵੀ ਜਲਦੀ ਹੈ, ਆਕਸੀਜਨ ਜਲਣ ਦੇ ਵਿੱਚ ਹੈਲਪ ਕਰਦੀ ਹੈ, ਪਰ ਜਿਹੜਾ ਸਾਡਾ ਵਾਟਰ ਹੈ ਉਹ ਸਾਡਾ ਅੱਗ ਬੁਝਾਉਣ ਦੇ ਵਿੱਚ ਕੰਮ ਆਉਂਦਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਲੈਕਚਰ ਸਮਝ ਆਇਆ ਹੋਣਾ। ਥੈਂਕ ਯੂ ਸੋ ਮਚ।